डोरी हाथ तुम्हारे, प्रभ डोरी हाथ तुम्हारे, डोरी हाथ तुम्हारे। धन जन आया जिस प्रसाद सब जगत तराया, जन आवन का है सुआओ, जन कै संग चित आवे नाओ, जन आवन का है सुआओ, जन कै संग चित आवे नाओ। जोत समाए समानी जागै, असली प्रभ पहचानिया, धन धन पाया धरणी धर, मिल जन संत समानिया, धन धन पाया धरणी धर, मिल जन संत समानिया। परम सन्मानयोग जुगो जुग अटल, चवर छतर सिंहासन दे मालक, वालिए कुल आलम कृपा निधान जगत गुरु, मनुखता दे सांझे रहबर तन तन साहिब सतगुरु, गुरु ग्रंथ साहिब महाराज सच्चे पातशाह जी, तिन्हां दी पावन मुबारक हजूरी दे अंदर भगत धन्ना जी दे जन्म दिहाड़े नूं मुख रखदियां होया सजे हुए विशेष दीवाना की हाज़री पर रहे भागां वाले सत्संगी जनों, वडभागे हाँ जो गुरु रहमत दा सदका मुबारक गोद दे अंदर जुड़ करके गुरु सवारियां पासों अमृतमयी बाणी दे कीर्तन दे नाल सांझ बना रहे सा। आओ कुछ समा भगत धन्ना जी के जीवन के नाल संबंधित और तिन्हां दी पावन बाणी जो धन गुरु ग्रंथ साहिब महाराज सच्चे पातशाह जी के अंदर दर्ज है, तिस दी संखेप विचार आप जियां दे नाल साझी करनी है। आओ विचारां दी आरंभता तो पहला गुरु चरनां दे अंदर हाज़री लवाइए। बड़े प्यार अते अदब सहित आखो जी, वाहिगुरु जी का खालसा वाहिगुरु जी की फतेह। रबी बाणी दे अंदर असीं रोज़ाना साहिब दी अमृतमई बाणी आनंद साहिब दे अंदर सतगुरु धन गुरु अमरदास साहिब महाराज तिन्हां दा मुबारक बचन पढ़ते हैं। भगतां की चाल निराली, चालां निराली भगतां केरी बिखम मार्ग चलना, ये उन्हां दी निशानी है। भगतां दी जिहड़ी चाल निराली है, हुण चाल निराली दा भाव शरीरक चाल नहीं है, आत्मक मंडल की जिहड़ी चाल है सतगुरु कहते वो अलग है, वो वखरी है संसार दे नालों। दिसदे इदां दा ही नहीं, शरीर इदां दा ही है, पर उन्हां दे जीवन का तरीका ते आत्मक मंडल की जिहड़ी चाल है वो वखरी है संसार दे नालों। उन्हां दे सुभाਅ दे विच बड़ा वखरापन है समाज दे नालों, लोकाई दे नालों। लभ लोभ अहंकार तज तृष्णा
ਬਹੁਤ ਨਾ ਹੀ ਬੋਲਣਾ ਉਹਨਾਂ ਦੇ ਸੁਭਾਅ ਦੇ ਅੰਦਰ ਹੈ। ਨਾ ਲਾਲਚ ਹੈ, ਨਾ ਕੋਈ ਲੋਭ ਹੈ, ਨਾ ਹੰਕਾਰ ਹੈ ਤੇ ਨਾ ਤ੍ਰਿਸ਼ਨਾ ਹੈ। ਇਹ ਭਗਤਾਂ ਦਾ ਜੀਵਨ ਹੈ। ਸੰਖੇਪ ਦੇ ਵਿੱਚ ਇੱਕ ਦੋ ਬੇਨਤੀਆਂ ਕਰਕੇ ਫਿਰ ਆਪਾਂ ਵਿਚਾਰ ਨੂੰ ਅੱਗੇ ਤੋਰਨਾ। ਮੈਂ ਅਕਸਰ ਇਹ ਬੇਨਤੀ ਕਰਦਾ ਕਿ ਜਿਸ ਵਕਤ ਅਸੀਂ ਕਿਸੇ ਦਾ ਵੀ ਜੀਵਨ ਜਾਂ ਰੱਬੀ ਬਾਣੀ ਦੀ ਵਿਚਾਰ ਕਰਨੀ ਹੈ ਤੇ ਇੱਕ ਗੱਲ ਸੌਖੀ ਜੀ ਤੇ ਸਪਸ਼ਟ ਜਿਹੀ ਆਪਣੀ ਸੁਰਤ ਦੇ ਅੰਦਰ ਟਿਕਾ ਲੈਣੀ ਹੈ ਕਿ ਕੁਝ ਵੀ ਬੋਲਣਾ, ਸੁਣਨਾ, ਸਮਝਣਾ, ਵਿਚਾਰਨਾ ਹੈ, ਉਹਦਾ ਇੱਕ ਦਾਇਰਾ ਬਣਾ ਲੈਣਾ ਹੈ। ਤੇ ਉਹ ਦਾਇਰਾ ਕੀ ਹੈ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ। ਉਹਦੇ ਤੋਂ ਬਾਹਰ ਕੁਝ ਵੀ ਨਹੀਂ। ਜੋ ਸਾਹਿਬ ਨੇ ਕਿਹਾ ਹੈ, ਜਿਵੇਂ ਮੁਸਲਮਾਨ ਵੀਰ ਕਹਿੰਦੇ ਨੇ ਨਾ, ਮੱਕੇ ਤੋਂ ਪਰਾਂ ਉਜਾੜ ਹੈ, ਭਾਵੇਂ ਕਿ ਬਹੁਤ ਕੁਝ ਹੈ, ਹਾਲਾਂਕਿ ਉਹ ਇੱਕ ਖਾਸ ਕਾਰਨ ਹੈ ਜੋ ਮੱਕੇ ਤੋਂ ਪਰਾਂ ਉਜਾੜ ਕਹਿੰਦੇ ਨੇ ਨਾ, ਉਹਦੇ ਪਿੱਛੇ ਜੀਓਗ੍ਰਾਫੀਕਲ ਤੱਥ ਨੇ, ਫੈਕਟ ਨੇ, ਤਾਂ ਕਰਕੇ ਉਹ ਇੱਦਾਂ ਕਹਿੰਦੇ ਨੇ। ਜਦੋਂ ਰੱਬੀ ਬਾਣੀ ਦੇ ਦਾਇਰੇ ਦੀ ਗੱਲ ਹੁੰਦੀ, ਭਾਵੇਂ ਕਿ ਸਾਹਿਬ ਦੇ ਇੱਦਾਂ ਦੇ ਬਚਨ ਨਹੀਂ ਹੈ, ਫਿਰ ਵੀ ਸਾਰਿਆਂ ਤੋਂ ਉੱਤਮ ਅੰਤਮ ਸੱਚ ਸਾਹਿਬ ਦੀ ਬਾਣੀ ਨੂੰ ਅਸੀਂ ਮੰਨਦੇ ਹਾਂ। ਇਸ ਦਾਇਰੇ ਤੋਂ ਬਾਹਰ ਜਾ ਕੇ ਕੁਝ ਵੀ ਨਹੀਂ, ਸਾਰਾ ਕੁਝ ਇਸੇ ਦਾਇਰੇ ਦੇ ਅੰਦਰ ਹੈ। ਦੂਜੀ ਬੇਨਤੀ, ਅੱਜ ਸਾਡੇ ਸੁਭਾਅ ਦੇ ਵਿੱਚ ਅਸੀਂ ਆਮ ਇਹ ਸੋਚਦੇ ਹਾਂ ਕਿ ਕੁਝ ਖਾਸ ਸ਼ਬਦ ਕਿਸੇ ਦੇ ਵਾਸਤੇ ਵਰਤ ਕੇ ਤੇ ਇੱਦਾਂ ਲੱਗ ਜਾਏਗਾ ਕਿ ਅਸੀਂ ਹਰੇਕ ਨੂੰ, ਮੈਂ ਆਪਣੀ ਕਮਿਊਨਿਟੀ ਦਾ ਭਗਤ, ਉਹਨੂੰ ਸ੍ਰੇਸ਼ਟ ਸਿੱਧ ਕਰਨ ਤੇ ਲੱਗਾ, ਦੂਜਾ ਦੂਜੀ ਕਮਿਊਨਿਟੀ ਦਾ ਭਗਤ ਹੈ, ਉਹਨੂੰ ਉੱਚਾ ਸਿੱਧ ਕਰਨ ਤੇ ਲੱਗਾ। ਜ਼ੋਰ ਲੱਗਾ ਹੋਇਆ ਨਾ, ਹਰੇਕ ਇੱਦਾਂ ਹੀ ਕਰ ਰਿਹਾ ਹੈ। ਔਰ ਇੱਕ ਸ਼ਬਦ ਅੱਜ ਬੜਾ ਪ੍ਰਚਲਿਤ ਜਿਹਾ ਹੋ ਗਿਆ, ਸ਼੍ਰੋਮਣੀ ਭਗਤ। ਹਰੇਕ ਲਾ ਰਿਹਾ ਹੈ ਸ਼੍ਰੋਮਣੀ ਭਗਤ ਨਾਮਦੇਵ ਜੀ, ਸ਼੍ਰੋਮਣੀ ਭਗਤ ਰਵਿਦਾਸ ਜੀ, ਸ਼੍ਰੋਮਣੀ ਭਗਤ ਧੰਨਾ ਜੀ, ਸ਼੍ਰੋਮਣੀ ਭਗਤ ਨਾਮਦੇਵ ਜੀ। ਖਿਆਲ ਕਰਿਆ ਜੀ, ਭਗਤਾਂ ਦੀ ਚਾਲ ਨਿਰਾਲੀ ਹੈ। ਔਰ ਭਗਤ ਆਪਣੇ ਆਪ ਜੀ ਸ਼੍ਰੋਮਣੀ ਹੈ, ਕਿਉਂਕਿ ਰੱਬੀ ਬਾਣੀ ਨੇ ਸਾਨੂੰ ਇਹ ਦਾਤ, ਇਹ ਬਚਨ ਬਖਸ਼ ਦਿੱਤਾ, ਨਾਮ ਸ਼੍ਰੋਮਣ ਸਰਬ ਮੈਂ ਭਗਤ ਰਹੇ ਲਿਵਧਾਰ। ਭਗਤ ਆਪਣੇ ਜੀਵਨ ਦੇ ਅੰਦਰ ਉਹ ਸ਼੍ਰੋਮਣੀ ਨਾਮ ਨੂੰ ਵਸਾ ਲੈਂਦੇ ਨੇ। ਇਸ ਕਰਕੇ ਭਗਤ ਸ਼ਬਦ ਆਪਣੇ ਆਪ ਜੀ ਸ਼੍ਰੋਮਣੀ ਹੈ, ਕਿਸੇ ਹੋਰ ਖਾਸ ਸ਼ਬਦ ਦੀ ਲੋੜ ਨਹੀਂ ਹੈਗੀ। ਅਸੀਂ ਜੇ ਇੱਕ ਭਗਤ ਸਾਹਿਬ ਵਾਸਤੇ ਸ਼੍ਰੋਮਣੀ ਸ਼ਬਦ ਵਰਤ ਰਹੇ ਹਾਂ, ਫਿਰ ਸਾਨੂੰ ਕੀ ਲੱਗਦਾ? ਅਸੀਂ ਮੰਨ ਕੇ ਬੈਠੇ ਵੀ ਦੂਜੇ ਘੱਟ ਨੇ? ਸਾਡੇ ਅੰਦਰ ਇਹ ਭਾਵਨਾ ਕਿਤੇ ਨਾ ਕਿਤੇ ਹੈ ਨਾ ਵੀ ਜਿਹੜਾ ਸਾਡੀ ਕਮਿਊਨਿਟੀ ਦਾ ਭਗਤ ਹੈ, ਜਿਹੜਾ ਸਾਡੀ ਜ਼ਾਤ ਦੇ ਵਿੱਚੋਂ ਭਗਤ ਹੈ, ਉਹ ਉੱਚਾ ਹੈ, ਦੂਜਾ ਨੀਵਾਂ ਹੈ। ਕਿਤੇ ਨਾ ਕਿਤੇ ਦਿਮਾਗ 'ਚ ਬੈਠੀ ਹੋਈ ਹੈ ਗੱਲ। ਅਸੀਂ ਭਗਤਾਂ ਨੂੰ ਵੀ ਜ਼ਾਤ ਪਾਤ ਦੇ ਵਿੱਚ ਵੰਡ ਦਿੱਤਾ। ਜਿਹੜੇ ਭਗਤਾਂ ਨੇ ਡੰਕੇ ਦੀ ਚੋਟ ਦੇ ਉੱਤੇ ਇਹ ਗੱਲ ਕਹੀ ਸੀ, ਭਲਿਆ ਇਹ ਜ਼ਾਤਾਂ ਪਾਤਾਂ ਨੂੰ ਛੱਡਣਾ ਪਏਗਾ, ਇੱਕ ਥਾਂ ਤੇ ਬੈਠਣਾ ਪਏਗਾ। ਅਸੀਂ ਉਹਨਾਂ ਭਗਤਾਂ ਨੂੰ ਜ਼ਾਤਾਂ ਤੇ ਪਾਤਾਂ 'ਚ ਵੰਡ ਦਿੱਤਾ। ਇਹ ਸਾਡੀ ਸੋਚ ਦਾ ਦਿਵਾਲਾਪਨ ਕਹਿ ਲਈਏ, ਸਾਡੀ ਤਰਾਸਦੀ ਕਹਿ ਲਈਏ ਕਿ ਜਿਸ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਾਰਿਆਂ ਨੂੰ ਇੱਕ ਥਾਂ ਤੇ ਬਿਠਾਇਆ ਸੀ, ਸਾਰਾ ਜ਼ੋਰ ਲਾ ਕੇ ਇੱਕ ਦੂਜੇ ਦੇ ਉੱਪਰ ਬਿਠਾਉਣ ਦਾ ਯਤਨ ਕੀਤਾ। ਇੱਥੇ ਉੱਚਾ ਤੇ ਨੀਵਾਂ ਨਹੀਂ ਹੈ, ਹਰੇਕ ਆਪਣੇ ਆਪ 'ਚ ਸ਼੍ਰੋਮਣੀ ਹੈ। ਭਗਤ ਸ਼ਬਦ ਹੀ ਆਪਣੇ ਆਪ 'ਚ ਸ਼੍ਰੋਮਣੀ ਹੈ, ਕਿਸੇ ਹੋਰ ਸ਼ਬਦ ਦੀ ਮੁਤਾਜੀ ਨਹੀਂ ਹੈ, ਕਿਸੇ ਹੋਰ ਸ਼ਬਦ ਨੂੰ ਜੋੜਨ ਦੀ ਲੋੜ ਨਹੀਂ। ਅਸੀਂ ਬੜਾ ਕੁਝ ਬਿਨਾਂ ਸੋਚੇ ਸਮਝੇ ਬੜੇ ਜ਼ੋਰ ਦੇ ਨਾਲ ਕਰਦੇ ਹਾਂ। ਅਸੀਂ ਜ਼ੋਰ ਲਾ ਦਿੱਤਾ ਤੇ ਅਸੀਂ ਗੁਰਦੁਆਰਾ ਬਣਾਉਣਾ ਹੈ ਤੇ ਮੈਂ ਕਿਹੜੀ ਜ਼ਾਤ ਦਾ ਹਾਂ, ਕਿਹੜੀ ਕਮਿਊਨਿਟੀ ਦਾ, ਤੇ ਫਿਰ ਮੈਂ ਉਸੇ ਭਗਤ ਦਾ ਨਾਂ ਰੱਖ ਲਿਆ ਤੇ ਨਾਲ ਇੱਦਾਂ ਦੇ ਚੁਣਿੰਦੇ ਜੇ ਸ਼ਬਦ ਰੱਖ ਲਏ। ਮਾਫ ਕਰ ਦੇਣਾ, ਇਹ ਰੱਬੀ ਬਾਣੀ ਦੇ ਬਿਲਕੁਲ ਉਲਟ ਹੈ। ਗੁਰੂ ਦੀ ਬਖਸ਼ਿਸ਼ ਨਹੀਂ ਪ੍ਰਾਪਤ ਕਰ ਸਕਦੇ ਕਦੇ ਵੀ ਜਿਹੜੇ ਇੱਦਾਂ ਕਰਦੇ ਨੇ, ਭਾਵੇਂ ਕੋਈ ਹੋਵੇ। ਕਿਉਂਕਿ ਜਦੋਂ ਤੱਕ ਜ਼ਾਤ ਪਾਤ ਦੇ ਵਿਤਕਰੇ ਦੇ ਵਿੱਚ ਆ ਤੇ ਸਤਿਗੁਰੂ ਕਹਿੰਦੇ ਫਿਰ ਹੰਕਾਰ 'ਚ ਤੁਰਿਆ ਫਿਰਦਾ ਹੈ। ਭਾਵੇਂ ਕਿਸੇ ਜ਼ਾਤ ਦੀ ਗੱਲ ਕਰਦਾ ਹੋਵੇ, ਉਹ ਨੀਵੀਂ ਹੋਵੇ ਤੇਰੇ ਸਮਝ ਦੇ ਨਾਲ, ਉਹ ਤੇਰੀ ਸਮਝ ਦੇ ਨਾਲ ਉੱਚੀ ਹੋਵੇ, ਜੇ ਤੂੰ ਅਜੇ ਵੀ ਇਸੇ 'ਚ ਹੀ ਵੰਡਿਆ ਫਿਰਦਾ ਹੈ ਤੇ ਸਤਿਗੁਰੂ ਕਹਿੰਦੇ ਫਿਰ ਤੇਰੀ ਲੋੜ ਨਹੀਂ ਹੈ ਇਸ ਦਰ ਦੇ ਉੱਤੇ, ਜਾ ਜਿੱਥੇ ਮਰਜ਼ੀ ਤੁਰਿਆ ਫਿਰ। ਤੂੰ ਆਪਣੇ ਆਪ ਨੂੰ ਵੰਡ, ਤੂੰ ਆਪਣੀ ਹਉਮੈ ਨੂੰ ਵੰਡ,
ਤੂੰ ਆਪਣੇ ਉੱਚੇ ਰੁਤਬੇ ਦੀ ਗੱਲ ਕਰ, ਸੰਸਾਰ ਨੂੰ ਦੱਸ, ਪਰ ਭਗਤਾਂ ਨੂੰ ਵੰਡਣ ਦੀ ਨਾ ਤੇ ਤੇਰੀ ਸਮਝ ਹੈ ਤੇ ਨਾ ਤੇਰੇ ਕੋਲ ਸਮਰੱਥਾ ਹੈ। ਇਸ ਕਰਕੇ ਭਗਤਾਂ ਨੂੰ ਨਾ ਵੰਡਿਆ ਕਰੀ, ਉਹ ਸਾਰੇ ਇੱਕੋ ਜਿਹੇ ਨੇ, ਉਹ ਸਾਰੇ ਉਸ ਅਕਾਲ ਪੁਰਖ ਦਾ ਆਪਣਾ ਰੂਪ ਨੇ, ਜਿਹਨੂੰ ਸਭ ਕਹਿੰਦੇ ਨੇ ਧੰਨ 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 ਜਾਣੇ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਓ। ਆਪ ਮੁਕਤ ਮੁਕਤ ਕਰੈ ਸੰਸਾਰ, ਉਹ ਆਪ ਵੀ ਮੁਕਤ ਹੈ ਤੇ ਉਹ ਬਖਸ਼ਿਸ਼ ਕਰਕੇ ਜਿਹੜੇ ਉਹਨਾਂ ਦੇ ਨਾਲ ਜੁੜ ਜਾਂਦੇ ਨੇ ਉਹਨਾਂ ਨੂੰ ਵੀ ਤਾਰ ਲੈਂਦੇ ਨੇ। ਇਸ ਕਰਕੇ ਇਸ ਚੱਕਰ 'ਚ ਨਾ ਪਿਆ ਕਰੀਏ। ਇਹਨਾਂ ਸ਼ਬਦਾਂ ਦੀ ਮੁਤਾਜੀ ਦੀ ਲੋੜ ਨਹੀਂ ਹੈ। ਤੇ ਜਦੋਂ ਭਗਤ ਧੰਨਾ ਜੀ ਦੇ ਜੀਵਨ ਦੀ ਗੱਲ ਕਰਦੇ ਹਾਂ ਤੇ ਜੀਵਨ ਕੋਈ ਬਹੁਤਾ ਵਿਸਥਾਰ ਸਹਿਤ ਮਿਲਦਾ ਨਹੀਂ ਹੈ। ਭਗਤਾਂ ਦੇ ਜੀਵਨ ਸਾਨੂੰ ਬਹੁਤੇ ਵਿਸਥਾਰ 'ਚ ਮਿਲਦੇ ਨਹੀਂ ਹੈ, ਪਰ ਫਿਰ ਵੀ ਸੰਖੇਪ ਦੇ ਵਿੱਚ ਜਿੰਨਾ ਕੁ ਮਿਲਦਾ ਹੈ। ਰਾਜਸਥਾਨ ਦਾ ਟਾਂਕ ਜ਼ਿਲ੍ਹਾ ਹੈ, ਉਸ ਜ਼ਿਲ੍ਹੇ ਦੇ ਅੰਦਰ ਧੁਆਨ ਪਿੰਡ ਹੈ ਤੇ ਪਿਛੋਕੜ ਇਹਨਾਂ ਦਾ ਕਿਸ਼ਨਗੜ੍ਹ ਦੇ ਇਲਾਕੇ ਤੱਕ ਜਾਂਦਾ ਹੈ। ਪਰਿਵਾਰ ਜਿਹੜਾ ਪਹਿਲਾਂ ਬਜ਼ੁਰਗ ਨੇ ਉਹ ਕਿਸ਼ਨਗੜ੍ਹ ਤੋਂ ਉੱਠ ਕੇ ਧੁਆਨ ਪਿੰਡ ਦੇ ਵਿੱਚ ਆਉਂਦੇ ਨੇ, ਜਿੱਥੇ ਭਗਤ ਧੰਨਾ ਜੀ ਦਾ ਜਨਮ ਹੋਇਆ 1416 ਈਸਵੀ ਦੇ ਵਿੱਚ। ਤੇ 1416 ਈਸਵੀ 'ਚ ਜਨਮ ਹੁੰਦਾ ਹੈ। ਬਚਪਨ 'ਚ ਹੀ ਬੜੇ ਧਾਰਮਿਕ ਪ੍ਰਵਰਤੀ ਵਾਲੇ ਨੇ। ਪਰਿਵਾਰ ਦੇ ਅੰਦਰ ਪੁਰੋਹਿਤ ਆਉਂਦੇ ਨੇ ਪੂਜਾ ਕਰਨ ਵਾਸਤੇ, ਪੱਥਰਾਂ ਦੀ ਪੂਜਾ ਕਰਦੇ ਨੇ, ਠਾਕੁਰ ਦੀ ਪੂਜਾ ਕਰਦੇ ਨੇ। ਮਨ ਦੇ ਅੰਦਰ ਚਾਅ ਪੈਦਾ ਹੋਇਆ ਵੀ ਮੈਂ ਵੀ ਪੂਜਾ ਕਰਨੀ ਆ। ਤੇ ਜਿਸ ਤਰੀਕੇ ਦੇ ਨਾਲ ਸਾਖੀ ਪ੍ਰਚਲਿਤ ਹੈ, ਜਾਂ ਭਾਈ ਗੁਰਦਾਸ ਜੀ ਨੇ ਵੀ ਉਸ ਸਾਖੀ ਦਾ ਹਵਾਲਾ ਦਿੱਤਾ ਹੈ, ਤੇ ਮੈਂ ਅਕਸਰ ਇਹ ਬੇਨਤੀ ਕਰਦਾ ਹੁੰਦਾ ਵੀ ਕਦੇ ਇਸ ਭੁਲੇਖੇ 'ਚ ਨਹੀਂ ਪੈ ਜਾਣਾ ਵੀ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਤੇ ਉਹਨਾਂ ਨੇ ਇਤਿਹਾਸ ਲਿਖਿਆ ਜਾਂ ਉਹਦੇ ਉੱਤੇ ਮੋਹਰ ਲਾਈ ਹੈ। ਬਿਲਕੁਲ ਇਸ ਪਾਸੇ ਨਹੀਂ ਜਾਣਾ। ਉਹਨਾਂ ਨੇ ਸਿਰਫ ਪ੍ਰਚਲਿਤ ਕਹਾਣੀ ਨੂੰ, ਸਾਖੀ ਨੂੰ ਇੰਨ ਬਿੰਨ ਬਿਆਨਿਆ ਹੁੰਦਾ ਹੈ। ਅੰਤ ਦੇ ਵਿੱਚ ਆ ਕਰਕੇ ਫਿਰ ਆਪਣੀ ਉਹ ਬਾਤ ਕਰਦੇ ਨੇ, ਜਿਹੜਾ ਗੁਰਮਤ ਦਾ ਸਿਧਾਂਤ ਹੈ ਉਹਨੂੰ ਦ੍ਰਿੜ ਕਰਾਉਂਦੇ ਨੇ ਅੰਤ ਦੇ ਵਿੱਚ ਆ ਕੇ। ਕਹਿੰਦੇ ਇੱਕ ਭਗਤ ਧੰਨਾ ਜੀ ਜਾ ਰਹੇ ਸਨ ਤੇ ਜਾਂਦਿਆਂ ਜਾਂਦਿਆਂ ਉਹਨਾਂ ਨੂੰ ਰਸਤੇ ਦੇ ਵਿੱਚ ਬ੍ਰਾਹਮਣ ਮਿਲ ਗਿਆ, ਜਿਹੜਾ ਪੂਜਾ ਕਰ ਰਿਹਾ ਸੀ ਠਾਕੁਰ ਦੀ। ਤੇ ਭਗਤ ਧੰਨਾ ਜੀ ਗਾਵਾਂ ਚਰਾਉਣ ਜਾ ਰਹੇ ਸਨ। ਹੁਣ ਉਹਦੇ ਕੋਲ ਬੈਠ ਗਏ, ਪੁੱਛਣ ਲੱਗੇ ਵੀ ਇਹ ਕੀ ਕਰਦਾ। ਸਵਾਲ ਕੀਤਾ, ਉਹ ਕਹਿੰਦਾ ਮੈਂ ਪੂਜਾ ਕਰ ਰਿਹਾ। ਤੁਸੀਂ ਖਿਆਲ ਕਰਿਆ ਜੇ, ਜਿਸ ਵਕਤ ਉਹ ਇਹ ਸਵਾਲ ਕਰ ਰਹੇ ਨੇ ਉਮਰ ਛੋਟੀ ਨਹੀਂ ਹੈ। ਪਰਿਵਾਰ ਦੇ ਵਿੱਚ ਪਹਿਲਾਂ ਤੋਂ ਠਾਕੁਰ ਦੀ ਪੂਜਾ ਵੀ ਹੁੰਦੀ ਹੈ, ਉਹ ਜਾਂਦੇ ਵੀ ਨੇ ਨਾਲ ਪਰਿਵਾਰ ਦੇ ਪੂਜਾ ਵੇਲੇ। ਉਹਨਾਂ ਨੂੰ ਪਤਾ ਹੈ ਵੀ ਕੀ ਹੋ ਰਿਹਾ, ਪਰ ਸਾਖੀਕਾਰ ਨੇ ਇੱਦਾਂ ਲਿਖਿਆ ਹੋਇਆ। ਉਹ ਜਾਂਦਿਆਂ ਜਾਂਦਿਆਂ ਜਦੋਂ ਉਹਨਾਂ ਨੇ ਪੁੱਛਿਆ, ਬ੍ਰਾਹਮਣ ਨੇ ਦੱਸਿਆ ਵੀ ਇੱਦਾਂ ਹੈ, ਇਹਦੀ ਪੂਜਾ ਇੱਦਾਂ ਕਰਨੀ ਹੈ, ਸਾਰਾ ਕੁਝ ਸਮਝਾ ਦਿੱਤਾ। ਤੇ ਕਹਿਣ ਲੱਗੇ ਫਿਰ ਇੱਕ ਠਾਕੁਰ ਮੈਨੂੰ ਵੀ ਦੇ ਦੇ। ਉਹਨਾਂ ਨੇ ਠਾਕੁਰ ਲਿਆਂਦਾ, ਇੱਕ ਪੱਥਰ ਦੇ ਦਿੱਤਾ, ਸਾਰੀ ਵਿਧੀ ਦੱਸ ਦਿੱਤੀ ਵੀ ਕਿਸ ਤਰੀਕੇ ਦੇ ਨਾਲ ਪੂਜਾ ਕਰਨੀ ਹੈ, ਕਿਹੜਾ ਤਰੀਕਾ ਅਪਣਾਉਣਾ ਹੈ, ਕਿਸ ਵਕਤ ਕੀ ਕਰਨਾ ਹੈ, ਉਹ ਸਾਰਾ ਜਿਹੜਾ ਵਿਧੀ ਵਿਧਾਨ ਹੈ ਸਮਝਾ ਦਿੱਤਾ। ਥੋੜਾ ਕੁ ਸਮਾਂ ਤੇ ਉਹਦਾ ਚੱਲੇ, ਪਰ ਅਸਲ ਦੇ ਵਿੱਚ ਪਹਿਲਾਂ ਉਹ ਕਰਦੇ ਰਹੇ ਨੇ ਇੱਦਾਂ ਭਗਤ, ਪਰ ਜਿਸ ਦਿਨ ਸਮਝ ਆਈ ਉਸੇ ਦਿਨ ਛੱਡ ਦਿੱਤਾ। ਔਰ ਖਿਆਲ ਕਰੀਏ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ 3 ਸ਼ਬਦ ਨੇ ਭਗਤ ਧੰਨਾ ਜੀ ਦੇ। 2 ਆਸਾ ਰਾਗ ਦੇ ਅੰਦਰ ਪਹਿਲਾ ਸ਼ਬਦ ਹੈ ਪ੍ਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਮਨ ਧਨ ਨਹੀਂ ਧੀਰੇ, ਲਾਲਚ ਵਿਕਾਮ ਲੁਭਤ ਰਾਤਾ, ਮਨ ਵਿਸਰੇ ਪ੍ਰਭ ਹੀਰੇ। ਇਹ ਪੂਰਾ ਸੰਪੂਰਨ ਸ਼ਬਦ ਹੈ। ਦੂਜਾ ਸ਼ਬਦ ਹੈ ਰੇ ਚਿਤ ਚੇਤਸ ਕੀਨਾ, ਦਇਆਲ ਦਮੋਦਰ ਵਿਭੈ ਨਾ ਜਾਣਸ ਕੋਏ। ਤੇ ਤੀਜਾ ਸ਼ਬਦ ਧਨਾਸਰੀ ਰਾਗ ਦੇ ਅੰਦਰ ਜਿਹੜਾ ਅਸੀਂ ਪੜ੍ਹਦੇ ਹਾਂ ਆਰਤੀ ਦੇ ਨਾਲ ਵੀ, ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਇਹ ਸੰਪੂਰਨ 3 ਸ਼ਬਦ ਨੇ ਰਬੀ ਬਾਣੀ ਦੇ ਅੰਦਰ ਦਾ। ਪਹਿਲੇ ਦੇ ਅੰਦਰ ਉਹ ਆਪਣੀ ਬਾਤ ਕਰਦੇ ਨੇ ਵੀ ਮੇਰਾ ਜੀਵਨ ਕਿਵੇਂ ਦਾ। ਹੁਣ ਭਗਤ ਧੰਨਾ ਜੀ ਦੇ ਕੋਲੋਂ ਅਸੀਂ ਪੁੱਛਣਾ ਹੈ, ਅਸੀਂ ਕਿਸੇ ਦੇ ਕੋਲੋਂ ਨਹੀਂ ਪੁੱਛਣਾ, ਕਿਸੇ ਬੰਦੇ ਦੇ ਕੋਲੋਂ ਜਾਂ ਕਿਸੇ ਸਾਖੀਕਾਰ ਨੇ ਕੀ ਲਿਖਿਆ ਹੈ।
ਉਹ ਕਹਿੰਦੇ ਨੇ ਠੀਕ ਹੈ, ਸੱਚ ਹੈ, ਮੈਂ ਪਹਿਲੋਂ ਜੋ ਕਰਦਾ ਸੀ ਭਰਮਤ ਫਿਰਤ ਬਹੁਤ ਜਨਮ ਬਿਲਾਨੇ, ਬੜਾ ਸਮਾਂ ਲਗਾ ਦਿੱਤਾ ਭਰਮਦਿਆਂ ਹੋਇਆਂ ਭਟਕਦਿਆਂ ਹੋਇਆਂ, ਪਰ ਮਨ 'ਚ ਕਦੇ ਟਿਕਾ ਨਹੀਂ ਆਇਆ। ਤਨ ਮਨ ਧਨ ਨਹੀਂ ਧੀਰੇ, ਸਿਰਫ ਸਵਾਦਾਂ ਤੇ ਲਾਲਚਾਂ ਦੇ ਵਿੱਚ ਤੇ ਭਰਮਾਂ ਦੇ ਵਿੱਚ ਹੀ ਜ਼ਿੰਦਗੀ ਬਤੀਤ ਕਰ ਦਿੱਤੀ। ਫਿਰ ਦੂਜੇ ਸ਼ਬਦ ਦੇ ਅੰਦਰ ਉਹਨਾਂ ਨੇ ਬਾਤ ਕੀਤੀ, ਕਹਿਣ ਲੱਗੇ ਰੇ ਚਿੱਤ ਚੇਤ ਸਕੀਨਾ, ਦਇਆਲ ਦਮੋਦਰ ਜਿੱਦਣ ਭਰਮ ਦੀ ਸਮਝ ਆ ਗਈ ਵੀ ਜੋ ਮੈਂ ਕਰ ਰਿਹਾ ਹੈ ਭਟਕਣਾ ਹੈ, ਉਸ ਦਿਨ ਮਨ ਨੂੰ ਆਪਣੇ ਆਪ ਨੂੰ ਸਵਾਲ ਕੀਤਾ, ਹੇ ਚਿੱਤ, ਹੇ ਮੇਰੇ ਮਨ, ਤੂੰ ਉਸ ਮਾਲਕ ਨੂੰ ਚੇਤਾ ਹੀ ਨਹੀਂ ਕਰਦਾ। ਰੇ ਚਿੱਤ ਚੇਤਸ ਕੀਨਾ ਦਇਆਲ ਦਮੋਦਰ, ਵਿਵੈ ਨਾ ਜਾਣਸ ਕੋਈ, ਕਿਸੇ ਹੋਰ ਨੂੰ ਆਸਰਾ ਨਾ ਬਣਾ ਲਵੀਂ, ਇਹ ਭੁਲੇਖਾ ਹੈ, ਕਿਸੇ ਹੋਰ ਦੇ ਆਸਰੇ ਤੇ ਨਾ ਚਲਾ ਜਾਵੀਂ। ਤੇ ਤੀਜੇ ਸ਼ਬਦ ਦੇ ਅੰਦਰ ਉਹਨਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਜਿਹੜਾ ਇਸ ਧਰਤੀ ਦਾ ਪਾਲਣਹਾਰ ਹੈ ਉਹਦੇ ਅੱਗੇ ਅਰਜ਼ੋਈ ਕੀਤੀ। ਇੱਥੇ ਵੀ ਬੜੀ ਹਾਸੋਹੀਣੀ ਜੀ ਇੱਕ ਬਾਤ ਜੋੜੀ ਹੈ ਕਿ ਕਿਸੇ ਨੇ ਸਵਾਲ ਕੀਤਾ ਵੀ ਦੇਖੋ ਕਿਸੇ ਮਹਾਂਪੁਰਖ ਨੂੰ ਵੀ ਬਾਕੀ ਤਾਂ ਆਰਤੀ ਸ਼ਬਦ ਵਰਤਿਆ ਹੈ, ਜਦੋਂ ਸ਼ਾਮ ਨੂੰ ਆਰਤੀ ਗਾਈ ਜਾਂਦੀ ਹੈ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਇਹਦੇ ਨਾਲ ਹੀ ਇਹ ਸ਼ਬਦ ਗਾਇਆ ਜਾਂਦਾ। ਬਾਕੀ ਥਾਂ ਤੇ ਆਰਤੀ ਸ਼ਬਦ ਆਉਂਦਾ ਹੈ, ਤੇ ਭਗਤ ਧੰਨਾ ਜੀ ਦਾ ਜਦੋਂ ਤੁਸੀਂ ਸ਼ਬਦ ਪੜ੍ਹਦੇ ਹੋ ਗਾਉਂਦੇ ਹੋ ਤੇ ਆਰਤਾ ਸ਼ਬਦ ਆਉਂਦਾ, ਇਹਦਾ ਕੀ ਭਾਵ ਹੈ? ਤੇ ਅੱਗੇ ਜਵਾਬ ਮਿਲਿਆ, ਕਹਿਣ ਲੱਗੇ ਹੋਰਾਂ ਦੀ ਆਰਤੀ ਹੁੰਦੀ ਹੈ ਤੇ ਜੱਟਾਂ ਦਾ ਆਰਤਾ ਹੁੰਦਾ ਹੈ। ਕਿੰਨੀਆਂ ਹਾਸੋਹੀਣੀਆਂ ਦੀਆਂ ਗੱਲਾਂ ਨਹੀਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੋੜ ਦਿੱਤੀਆਂ, ਜਿਹੜੀਆਂ ਬੇਸਿਰ ਪੈਰ ਦੀਆਂ ਤੇ ਨਿਰਮੂਲ ਗੱਲਾਂ ਨੇ, ਅਸਲ 'ਚ ਉਹ ਮਜਬੂਰੀ ਬਣ ਜਾਂਦੀ ਹੈ। ਮੈਨੂੰ ਕੋਈ ਪੁੱਛੇ ਆ ਕੇ ਤੇ ਮੈਨੂੰ ਉਹਦਾ ਜਵਾਬ ਨਾ ਆਉਂਦਾ ਹੋਵੇ, ਤੇ ਮੈਂ ਜੇ ਜਵਾਬ ਨਾ ਦਿੱਤਾ ਤੇ ਪੁੱਛਣ ਵਾਲਾ ਕੀ ਸੋਚੇਗਾ? ਉਹ ਦੋ ਜਣਿਆਂ ਨੂੰ ਦੱਸੇਗਾ ਵੀ ਮੈਂ ਭਾਈ ਸਾਹਿਬ ਦੇ ਕੋਲੋਂ ਪੁੱਛਿਆ ਸੀ, ਉਹਨਾਂ ਨੂੰ ਜਵਾਬ ਨਹੀਂ ਆਇਆ। ਮੇਰੀ ਹੇਠੀ ਨਹੀਂ ਹੋ ਜਾਏਗੀ, ਮੇਰੀ ਬਦਨਾਮੀ ਨਹੀਂ ਹੋ ਜਾਏਗੀ। ਉੱਦਾਂ ਤੇ ਬੜੀਆਂ ਗੱਲਾਂ ਕਰਦੇ, ਇੱਕ ਸ਼ਬਦ ਦਾ ਅਰਥ ਨਹੀਂ ਪਤਾ। ਇਸ ਕਰਕੇ ਮਜਬੂਰੀ ਵਸ ਕੋਈ ਨਾ ਕੋਈ ਤੇ ਜਵਾਬ ਦੇਣਾ ਹੋਇਆ, ਤੇ ਫਿਰ ਜਵਾਬ ਦੇ ਦਿੱਤਾ ਵੀ ਜੱਟਾਂ ਦਾ ਆਰਤਾ ਹੁੰਦਾ, ਬਾਕੀਆਂ ਦੀ ਆਰਤੀ ਹੁੰਦੀ ਹੈ। ਥੋੜਾ ਜਿਹਾ ਕਦੇ ਧਿਆਨ ਦੇ ਨਾਲ ਇਹ ਸ਼ਬਦ ਦੇ ਅਰਥ ਪੜਾਂਗੇ, ਫਿਰ ਸਮਝ ਆ ਜਾਏਗੀ ਵੀ ਆਰਤੀ ਦਾ ਸ਼ਬਦ ਹੁੰਦਾ ਹੈ ਆਜ਼ਿਜ਼, ਮੰਗਤਾ, ਜਾਚਕ, ਜਿਹੜਾ ਕਿਸੇ ਦੇ ਦਰ ਤੇ ਮੰਗਣ ਆਇਆ। ਤੇ ਭਗਤ ਧੰਨਾ ਜੀ ਕਹਿੰਦੇ ਫਿਰ ਮੰਗਣ ਕਿੱਥੇ ਜਾਣਾ ਹੈ? ਮੰਗਣ ਲੱਗਿਆ ਕਿਸੇ ਹੋਰ ਦੇ ਦਰ ਤੇ ਨਹੀਂ, ਗੋਪਾਲ ਤੇਰਾ ਆਰਤਾ, ਤੇਰੇ ਦਰ ਤੋਂ। ਹੁਣ ਠਾਕੁਰ ਦੀ ਪੂਜਾ ਇਸੇ ਕਰਕੇ ਕੀਤੀ ਜਾਂਦੀ ਵੀ ਕੁਝ ਚਾਹੀਦਾ ਹੈ, ਕੁਝ ਮੰਗਣਾ ਹੈ, ਭਾਵੇਂ ਕਿ ਉਹ ਆਤਮਿਕ ਟਿਕਾ ਹੋਵੇ ਤੇ ਭਾਵੇਂ ਸੰਸਾਰ ਦੀਆਂ ਵਸਤਾਂ ਹੋਵਣ, ਠਾਕੁਰ ਦੇ ਕੋਲੋਂ ਮੰਗਣੀਆਂ ਨੇ। ਹੁਣ ਸਾਰਾ ਜ਼ੋਰ ਲਾਇਆ ਤੇ ਖਿਆਲ ਆਇਆ ਮਨ ਦੇ ਅੰਦਰ ਵੀ ਇਹ ਭਟਕਣਾ ਹੈ, ਭਰਮ ਹੈ। ਮੈਂ ਗੱਲ ਸਪਸ਼ਟ ਕਰ ਦੇਵਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਕਿਸੇ ਮੂਰਤੀ ਪੂਜਕ ਦੀ ਬਾਣੀ ਦਰਜ ਨਹੀਂ ਹੈ, ਇਹ ਸੱਚ ਹੈ। ਕਿਉਂਕਿ ਜਿਸ ਸਤਿਗੁਰੂ ਨੇ ਬਾਣੀ ਦਰਜ ਕੀਤੀ ਹੈ ਨਾ, ਉਸ ਮਾਲਕ ਦਾ ਬਚਨ ਪੜ੍ਹ ਕੇ ਦੇਖੀਏ ਕਦੇ ਧੰਨ ਗੁਰੂ ਅਰਜਨ ਪਾਤਸ਼ਾਹ ਦਾ। ਸਤਿਗੁਰੂ ਕਹਿੰਦੇ ਘਰ ਮੈਂ ਠਾਕੁਰ ਨਦਰ ਨਾ ਆਵੈ, ਗਲ ਮੈਂ ਪਾਹਣ ਲੈ ਲਟਕਾਵੈ, ਭਰਮੇ ਭੂਲਾ ਸਾਕਤ ਫਿਰਦਾ, ਨੀਰ ਬਿਰੁਲੈ ਖੱਪ ਖੱਪ ਮਰਦਾ। ਵੀ ਤੈਨੂੰ ਹਿਰਦੇ ਘਰ ਦੇ ਅੰਦਰ ਉਹ ਮਾਲਕ ਵਸਿਆ ਨਜ਼ਰ ਨਹੀਂ ਆਉਂਦਾ, ਤੂੰ ਬਾਹਰੋਂ ਲੱਭਦਾ ਹੈ। ਇਹ ਸਤਿਗੁਰੂ ਧੰਨ ਗੁਰੂ ਅਰਜਨ ਪਾਤਸ਼ਾਹ ਦੇ ਬਚਨ ਨੇ। ਸਤਿਗੁਰੂ ਕਹਿੰਦੇ ਤੈਨੂੰ ਅੰਦਰ ਦਾ ਠਾਕੁਰ ਨਜ਼ਰ ਨਹੀਂ ਆਉਂਦਾ, ਜਿਹੜਾ ਅੰਦਰ ਦਾ ਮਾਲਕ ਅੰਦਰ ਬੈਠਾ ਹੋਇਆ ਹੈ, ਤੂੰ ਬਾਹਰੋਂ ਕੀ ਲੱਭਦਾ ਹੈ? ਬਾਹਰ ਕੁਝ ਨਹੀਂ ਲੱਭਣਾ। ਬਾਹਰ ਤਾਂ ਇਦਾਂ ਹੈ, ਭਰਮੇ ਭੂਲਾ ਸਾਕਤ ਫਿਰਤਾ, ਭਰਮ ਦੇ ਵਿੱਚ ਭੁੱਲਿਆ ਹੋਇਆ ਮਨੁੱਖ ਜਿਹੜਾ ਸਾਕਤ ਹੈ, ਜਿਹੜਾ ਰੱਬ ਤੋਂ ਟੁੱਟਿਆ ਹੋਇਆ ਹੈ, ਉਹਦੀ ਜ਼ਿੰਦਗੀ ਇਦਾਂ ਦੀ ਇਹਨਾਂ ਕਰਮਾਂ ਨੂੰ ਕਰਦਿਆਂ ਬਤੀਤ ਹੋ ਰਹੀ ਹੈ ਜਿਵੇਂ ਕੋਈ ਮਨੁੱਖ ਨੀਰ ਬਿਰੋਲਾ ਖੱਪ ਖੱਪ ਮਰਦਾ, ਕੋਈ ਪਾਣੀ ਨੂੰ ਰਿੜਕਦਾ ਹੋਵੇ। ਇਹ ਕਰਮ ਸਾਰੇ ਇਦਾਂ ਦੇ ਨੇ ਜਿੱਦਾਂ ਪਾਣੀ ਨੂੰ ਰਿੜਕਣਾ ਹੈ। ਜਿਸ ਪਾਵਨ ਕਉ ਠਾਕੁਰ ਕਹਿਤਾ, ਜਿਸ ਪੱਥਰ ਨੂੰ ਤੂੰ ਠਾਕੁਰ ਕਹਿਣਾ ਹੈ, ਜਿਸ ਪੱਥਰ ਨੂੰ ਤੂੰ ਰੱਬ ਕਹਿਣਾ ਹੈ। ਸਤਿਗੁਰੂ ਕਹਿਣ ਲੱਗੇ ਉਹ ਪੱਥਰ ਹੀ ਤੈਨੂੰ, ਉਹ ਪਾਹਣ ਲੈ ਉਸ ਕੋ ਡੁੱਬਤਾ, ਉਹ ਪੱਥਰ ਲੈ ਕੇ ਉਸੇ ਨੂੰ ਡੁੱਬ ਦਿੰਦਾ ਹੈ। ਇਹਦੇ ਨਾਲ ਤੂੰ ਪਾਰ ਨਹੀਂ ਹੋ ਸਕਦਾ। ਪਾਹਣ ਨਾਵ ਨਾ ਪਾਰ ਗ੍ਰਾਮੀ, ਗੁਨਾਹਗਾਰ ਲੂਣ ਹਰਾਮੀ। ਇਹ ਸਤਿਗੁਰੂ ਧੰਨ ਗੁਰੂ ਅਰਜਨ ਪਾਤਸ਼ਾਹ ਦੇ ਬਚਨ ਨੇ।
ਸਤਿਗੁਰੂ ਕਹਿੰਦੇ ਉਸ ਮਾਲਕ ਨੂੰ ਟਿਕਾਇਆ ਨਹੀਂ ਜਾ ਸਕਦਾ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਸ ਮਾਲਕ ਨੂੰ ਟਿਕਾਇਆ, ਥਾਪਿਆ, ਬਣਾਇਆ ਨਹੀਂ ਜਾ ਸਕਦਾ। ਇਸ ਕਰਕੇ ਕਦੇ ਧੰਨ ਗੁਰੂ ਅਰਜਨ ਪਾਤਸ਼ਾਹ ਕਿਸੇ ਮੂਰਤੀ ਪੂਜਕ ਦੀ ਬਾਣੀ ਨਹੀਂ ਦਰਜ ਕਰ ਸਕਦੇ। ਇੱਥੇ ਤੇ ਬਾਣੀ ਉਹਨਾਂ ਦੀ ਦਰਜ ਹੁੰਦੀ ਹੈ ਜਿਹੜੇ ਸੱਚਮੁੱਚ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਅਭੇਦ ਹੋ ਜਾਵਣ। ਔਰ ਅਭੇਦ ਕਿਵੇਂ ਹੋਏ? ਹੁਣ ਜੀਵਨ ਬਾਰੇ ਸਾਡੇ ਕੋਲ ਬਹੁਤੀ ਜਾਣਕਾਰੀ ਨਹੀਂ ਹੈ ਤੇ ਅਸੀਂ ਰੱਬੀ ਬਾਣੀ ਦੇ ਅੰਦਰ ਜੋ ਸਿਧਾਂਤ ਉਹਨਾਂ ਨੇ ਬਖਸ਼ਿਆ ਸੀ ਉਸ ਸਿਧਾਂਤ ਨੂੰ ਸਮਝਣਾ ਹੈ। ਔਰ ਸਿਧਾਂਤ ਕੀ ਹੈ? ਸਤਿਗੁਰੂ ਧੰਨ ਗੁਰੂ ਅਰਜਨ ਪਾਤਸ਼ਾਹ ਕਹਿਣ ਲੱਗੇ ਵੀ ਉਸ ਮਾਲਕ ਨੂੰ ਮਿਲੇ ਕਿੱਦਾਂ ਨਹੀਂ? ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆਡ ਦਾਮ ਕੋ ਸ਼ੀਪਰੋ ਹੋਇਓ ਲਾਖੀਨਾ, ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਾਹਰਾ ਭਇਓ ਗੁਨੀ ਗਹੀਰਾ। ਔਰ ਇਸੇ ਪਾਵਨ ਸ਼ਬਦ ਦੇ ਅੰਦਰ ਉਹ ਸਾਰੇ ਭਗਤਾਂ ਦੀ ਗੱਲ ਕਰਦੇ ਹੋਇਆਂ ਅੰਤ ਦੇ ਵਿੱਚ ਗੱਲ ਕਰਦੇ ਨੇ, ਇਹ ਬਿਦ ਸੁਣ ਕੈ ਜਾਟਰੂ ਉੱਠ ਭਗਤੀ ਲਾਗਾ। ਇਸ ਤਰੀਕੇ ਦੇ ਨਾਲ ਕਿਸੇ ਠਾਕੁਰ ਨੂੰ ਦੇਖ ਕਰਕੇ, ਕਿਸੇ ਬ੍ਰਾਹਮਣ ਦੇ ਕੋਲੋਂ ਪੁੱਛ ਕਰਕੇ ਭਗਤੀ ਕਰਨ ਨਹੀਂ ਲੱਗੇ। ਇਹ ਬਿਦ ਸੁਣ ਕੇ ਜਦੋਂ ਉਹਨਾਂ ਨੇ ਇਹਨਾਂ ਭਗਤਾਂ ਦੇ ਜੀਵਨ ਨੂੰ ਦੇਖਿਆ, ਭਗਤ ਕਬੀਰ ਸਾਹਿਬ ਦੇ ਜੀਵਨ ਨੂੰ ਦੇਖਿਆ, ਭਗਤ ਨਾਮਦੇਵ ਸਾਹਿਬ ਦੇ ਜੀਵਨ ਨੂੰ ਦੇਖਿਆ, ਭਗਤ ਸੈਣ ਜੀ ਦੇ ਜੀਵਨ ਨੂੰ ਦੇਖਿਆ ਵੀ ਸੈਣ ਨਾਈ ਬੁੱਤਕਾਰੀ ਆ, ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮਹਿ ਗਨਿਆ। ਤੇ ਸਭ ਕਹਿੰਦੇ ਫਿਰ ਇਹ ਤਰੀਕਾ ਦੇਖ ਕਰਕੇ ਹੋਰ ਕੁਝ ਨਹੀਂ, ਕਿਸੇ ਠਾਕੁਰ ਨੂੰ ਦੇਖ ਕੇ, ਕਿਸੇ ਬ੍ਰਾਹਮਣ ਨੂੰ ਪੁੱਛ ਕੇ ਫਿਰ ਉਹ ਭਗਤੀ ਕਰਨ ਨਹੀਂ ਲੱਗੇ। ਇਹ ਸਤਿਗੁਰੂ ਧੰਨ ਗੁਰੂ ਅਰਜਨ ਪਾਤਸ਼ਾਹ ਦੇ ਬਚਨ ਨੇ। ਸਭ ਕਹਿਣ ਲੱਗੇ ਏਦਾਂ ਭਗਤੀ ਕਰਨ ਲੱਗੇ। ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ। ਆਹ ਤਰੀਕਾ ਜੋਤ ਸਮਾਏ ਸਮਾਨੀ ਜਾ ਕੇ ਅਸਲੀ ਪ੍ਰਭ ਪਹਿਚਾਨਿਆ, ਧੰਨੈ ਧਨ ਪਾਇਆ ਧਰਣੀ ਧਰ, ਮਿਲ ਜਨ ਸੰਤ ਸਮਾਨਿਆ। ਹੁਣ ਇਹ ਖਿਆਲ ਕਰੀਏ, ਆਪਣੇ ਹਿਰਦੇ ਦੇ ਅੰਦਰ ਸਵਾਲ ਕਰੀਏ ਕਿ ਸਹੀ ਕੌਣ ਹੈ? ਧੰਨ ਗੁਰੂ ਅਰਜਨ ਪਾਤਸ਼ਾਹ, ਭਗਤ ਧੰਨਾ ਜੀ ਆਪ, ਜਾਂ ਫਿਰ ਸੰਸਾਰ ਦੇ ਉਹ ਸਾਖੀਕਾਰ, ਕਹਾਣੀਕਾਰ, ਜਾਂ ਸੰਸਾਰ ਦੀਆਂ ਗੱਲਾਂ ਕਰਨ ਵਾਲੇ ਮੇਰੇ ਵਰਗੇ ਜਿਹੜੇ ਰੋਜ਼ਾਨਾ ਹੀ ਗਲਤੀਆਂ ਕਰਦੇ ਨੇ, ਉਹ ਠੀਕ ਨੇ? ਜਾਂ ਸਤਿਗੁਰੂ ਆਪ ਠੀਕ ਨੇ, ਰੱਬੀ ਬਾਣੀ ਠੀਕ ਹੈ? ਅਸੀਂ ਨਿਰਣਾ ਆਪ ਕਰਨਾ। ਜਿਹੜਾ ਸਾਨੂੰ ਠੀਕ ਲੱਗੇ ਉਹਦੀ ਬਾਤ ਮੰਨ ਲੈਣੀ। ਜੇ ਸਾਨੂੰ ਲੱਗਦਾ ਹੈ ਵੀ ਅਸੀਂ ਠੀਕ ਹਾਂ ਜਾਂ ਸਾਡੇ ਵਰਗੇ ਠੀਕ ਆ, ਤੇ ਵੀਰ ਭਾਈ ਜੋ ਚੱਲਦਾ ਹੈ ਉਹ ਤਾਂ ਮੰਨੀ ਜਾਈਏ। ਤੇ ਜੇ ਸਾਡੇ ਅੰਦਰ ਖਿਆਲ ਇਹ ਵਸਿਆ ਹੋਇਆ ਹੈ ਕਿ ਜੋ ਰੱਬੀ ਬਾਣੀ ਕਹਿੰਦੀ ਹੈ ਇਹੀ ਸੱਚ ਹੈ, ਤੇ ਫਿਰ ਤੇ ਸਤਿਗੁਰੂ ਦੇ ਬਚਨ ਆਪਾਂ ਸਾਂਝ ਬਣਾ ਲਈਏ। ਫਿਰ ਅੱਗੇ ਸਵਾਲ ਹੁੰਦਾ ਹੈ, ਤੀਜਾ ਸ਼ਬਦ ਜੋ ਹੈ ਸੰਖੇਪ ਦੇ ਵਿੱਚ ਹੀ ਆਪਾਂ ਵਿਚਾਰ ਕਰਨੀ ਹੈ। ਭਗਤ ਧੰਨਾ ਜੀ ਦਾ ਤੀਜਾ ਸ਼ਬਦ ਆਪਾਂ ਪੜ੍ਹਦੇ ਹਾਂ, ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਵੀ ਮੈਂ ਤੇਰੇ ਦਰ ਦਾ ਆਰਤਾ ਹਾਂ, ਤੇਰੇ ਦਰ ਦਾ ਮੰਗਤਾ ਹਾਂ, ਤੇ ਜਿਹੜੇ ਤੇਰੀ ਭਗਤੀ ਕਰਦੇ ਨੇ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ, ਤੂੰ ਉਹਨਾਂ ਦੇ ਕਾਜ ਸਵਾਰ ਦਿੰਨਾ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਕੀਤਾ ਲੋੜੀਆ ਕੰਮ ਸੁਹਰ ਪੈ ਆਖੀਆ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਆ। ਗੁਰੂ ਕਿਰਪਾ ਕਰਕੇ ਉਹ ਸਾਰੇ ਕਾਰਜ ਸਵਾਰ ਦਿੰਦਾ ਹੈ। ਫਿਰ ਅੱਗੇ ਗੱਲ ਆਉਂਦੀ ਹੈ ਮੰਗ ਦੀ। ਇਹ ਮੰਗਾਂ ਕਿਹੜੀਆਂ ਮੰਗਣੀਆਂ? ਦਾਲ ਸੀਧਾ ਮੰਗਾਂ ਘੀਓ, ਹਮਰਾ ਖੁਸ਼ੀ ਕਰੈ ਨਿਤ ਜੀਓ, ਪਨੀਆਂ ਸਾਧਨ ਨੀਕਾ ਅਨਾਜ ਮੰਗਾਂ, ਸਤ ਸੀਕਾ ਗੋ ਭੈਸ ਮੰਗਾਂ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੈ ਮੰਗੀ। ਇੱਦਾਂ ਨਹੀਂ ਲੱਗਦਾ ਵੀ ਇਹ ਸੰਸਾਰ ਦੀਆਂ ਵਸਤਾਂ ਹੀ ਸਾਰੀਆਂ ਮੰਗੀਆਂ ਨੇ। ਵੈਸੇ ਗੁਰੂ ਦੇ ਕੋਲੋਂ ਹੀ ਮੰਗਣਾ ਸੀ, ਕਿਤੋਂ ਹੋਰ ਨਹੀਂ ਜਾ ਕੇ ਮੰਗਣਾ। ਜੇ ਸੰਸਾਰ ਦੀਆਂ ਵਸਤਾਂ ਦੀ ਵੀ ਲੋੜ ਹੈ ਨਾ, ਤੇ ਗੁਰੂ ਦੇ ਕੋਲੋਂ ਹੀ ਮੰਗਣੀਆਂ ਆ ਕੇ, ਹੋਰ ਕਿਸੇ ਦੇ ਕੋਲ ਨਹੀਂ। ਪਰ ਇੱਥੇ ਭਗਤ ਧੰਨਾ ਜੀ ਦਾ ਜੀਵਨ ਹੁਣ ਸੰਸਾਰ ਦੇ ਪੱਧਰ ਤੇ ਨਹੀਂ ਹੈ ਵੀ ਉਹਨਾਂ ਦੀਆਂ ਮੰਗਾਂ ਸਾਡੇ ਵਾਲੀਆਂ ਨਹੀਂ ਆ। ਉਹਨਾਂ ਦੇ ਕੋਲ ਉਹ ਦਾਤਾਂ ਹੈਗੀਆਂ ਨੇ ਜਿਹੜੀਆਂ ਮੰਗ ਰਹੇ ਨੇ। ਆਪ ਖੇਤੀ ਕਰਦੇ ਨੇ,
घर ਦੇ ਅੰਦਰ ਖਾਣ ਪੀਣ ਜੋਗਾ ਰਾਸ਼ਨ ਹੈਗਾ, ਇਹ ਖੇਤੀ ਆਪ ਕਰਦੇ ਨੇ, ਚੰਗੇ ਕਿਸਾਨ ਨੇ, ਦਾਲ ਵੀ ਹੈਗੀ ਹੈ, ਮੱਝਾਂ ਗਾਵਾਂ ਰੱਖੀਆਂ ਹੋਈਆਂ ਨੇ, ਜਿਹੜੇ ਗਾਵਾਂ ਚਰਾਉਣ ਗਏ ਨੇ ਘਰ 'ਚ ਘਿਓ ਨਹੀਂ ਹੋਵੇਗਾ। ਉਸ ਵਕਤ ਉਹਨਾਂ ਦਾ ਵਿਆਹ ਹੋ ਚੁੱਕਿਆ ਹੈ, ਤੇ ਜਦੋਂ ਵਿਆਹ ਹੋ ਗਿਆ ਤੇ ਫਿਰ ਘਰ ਕੀ ਹਨ, ਚੰਗੀ ਦੁਬਾਰਾ ਮੰਗਣ ਦੀ ਕੀ ਲੋੜ ਹੈ? ਕਦੇ ਸੋਚ ਕੇ ਦੇਖਿਆ ਨਹੀਂ? ਫਿਰ ਮੈਂ ਬੇਨਤੀ ਜਿਹੜੀ ਕਰਦਾ ਹੁੰਦਾ ਵੀ ਕਦੇ ਵੀ ਬਾਣੀ ਦੀ ਵਿਚਾਰ ਕਰਨੀ ਹੈ ਤੇ ਆਪ ਨਹੀਂ ਕਰਨੀ, ਗੁਰੂ ਸਾਹਿਬ ਦੇ ਕੋਲੋਂ ਪੁੱਛ ਕੇ ਕਰ ਵੀ ਸਤਿਗੁਰੂ ਤੁਸੀਂ ਸਮਝਾ ਦਿਓ, ਕਿਉਂਕਿ ਜੇ ਅਸੀਂ ਸਮਝਾਂਗੇ ਤੇ ਫਿਰ ਸਾਡੀ ਸਮਝ ਤਾਂ ਇੰਨੀ ਕੁ ਹੈ ਵੀ ਜੇ ਸਾਡੇ ਕਿਤੇ ਨਹੀਂ ਸੂਤਰ ਆਇਆ ਤੇ ਫਿਰ ਸਾਨੂੰ ਨਹੀਂ ਸਮਝ ਆਇਆ ਤੇ ਅਸੀਂ ਗੱਤ ਦੇ ਅਰਥ ਕਰਦਿਆਂ ਹੋਇਆਂ ਕੁਝ ਹੋਰ ਵੀ ਕਰ ਸਕਦੇ ਹਾਂ। ਰੱਬੀ ਬਾਣੀ ਦੇ ਅੰਦਰ ਗੱਤ ਦੇ ਅਰਥ ਕੁਝ ਹੋਰ ਨੇ, ਜਦੋਂ ਕਰਨੇ ਨੇ ਅਸੀਂ ਆਪਣੀ ਮੱਤ ਦੇ ਨਾਲ ਤੇ ਫਿਰ ਅਸੀਂ ਸਪੀਡ ਵੀ ਕਰ ਸਕਦੇ ਹਾਂ। ਇਹ ਸਾਡੀ ਆਪਣੀ ਸੁਰਤ ਹੈ, ਇਹ ਸਾਡੀ ਆਪਣੀ ਮਰਜ਼ੀ ਹੈ, ਅਸੀਂ ਜੋ ਮਰਜ਼ੀ ਕਰ ਸਕਦੇ ਹਾਂ। ਇਸ ਕਰਕੇ ਅਰਥ ਰੱਬੀ ਬਾਣੀ ਦੇ ਕਰਨ ਲੱਗਿਆਂ ਕਦੇ ਆਪਣੇ ਕੋਲੋਂ ਕਰਨ ਦੀ ਲੋੜ ਹੀ ਨਹੀਂ ਹੈ, ਕਿ ਹਰੇਕ ਸ਼ਬਦ ਦੇ ਅਰਥ ਰੱਬੀ ਬਾਣੀ ਨੇ ਆਪ ਹੀ ਕੀਤੇ ਹੋਏ ਨੇ। ਹਰੇਕ ਸ਼ਬਦ ਦੇ ਅਰਥ, ਜਿਹੜੇ ਸ਼ਬਦ ਸਾਨੂੰ ਲੱਗਦਾ ਹੈ ਨਾ ਅਸੀਂ ਆਪਣੀ ਮੱਤ ਦੇ ਨਾਲ ਇਹਦੇ ਅਰਥ ਕਰ ਸਕਦੇ, ਜਦੋਂ ਆਪਣੀ ਮੱਤ ਵਰਤਾਂਗੇ ਉਦੋਂ ਹੀ ਗਲਤ ਕਰਾਂਗੇ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਤੇ ਵੀ ਗੁਰੂ ਦੇ ਕੋਲੋਂ ਪੁੱਛ ਲਈਏ ਜਿਹੜਾ ਭੁੱਲ ਹੈ, ਤੇ ਮੇਰੇ ਕੋਲੋਂ ਪੁੱਛਣਾ ਹੀ ਕਿਉਂ ਆ, ਕਿਸੇ ਹੋਰ ਦੇ ਕੋਲੋਂ ਪੁੱਛਣਾ ਹੀ ਕਿਉਂ? ਜਿਹੜਾ ਭੁੱਲੇਗਾ ਹੀ ਭੁੱਲੇਗਾ, ਜਿਹੜਾ ਗਲਤੀ ਕਰੇਗਾ ਹੀ ਕਰੇਗਾ। ਫਿਰ ਆਪਾਂ ਇਹ ਸ਼ਬਦ ਦੇ ਅਰਥ ਗੁਰੂ ਨਾਨਕ ਪਾਤਸ਼ਾਹ ਦੇ ਕੋਲੋਂ ਪੁੱਛਾਂਗੇ, ਤੇ ਸਤਿਗੁਰੂ ਨੇ ਜਵਾਬ ਦਿੱਤਾ ਹੈ। ਇਹ ਸ਼ਬਦ ਦੇ ਅਰਥ ਮੈਂ ਅੱਗੇ ਵੀ ਕਈ ਵਾਰ ਸਾਹਿਬ ਦੇ ਪਾਵਨ ਸ਼ਬਦ ਦੇ ਨਾਲ ਜੋੜ ਕਰਕੇ ਕੀਤੇ, ਆਪ ਵੀ ਇੱਕ ਵਾਰ ਯਤਨ ਕਰਿਆ। ਜੇ ਦੋਨਾਂ ਸ਼ਬਦਾਂ ਨੂੰ ਸਾਹਮਣੇ ਰੱਖ ਕੇ ਫਿਰ ਪੜ੍ਹਨੇ ਆ, ਫਿਰ ਸੌਖਿਆ ਸਮਝ ਆ ਜਾਏਗੀ, ਕਿਉਂਕਿ ਜਦੋਂ ਸੁਣਾਉਣੇ ਨੇ, ਸੁਣਾਉਣ ਲੱਗਿਆਂ ਉਸ ਢੰਗ ਦੇ ਨਾਲ ਨਹੀਂ ਸੁਣਾਏ ਜਾ ਸਕਦੇ। ਜਦੋਂ ਅਸੀਂ ਆਪ ਥੋੜ੍ਹਾ ਜਿਹਾ ਯਤਨ ਕਰਾਂਗੇ ਤੇ ਸੌਖਿਆ ਸਮਝ ਵੀ ਆ ਜਾਏਗੀ ਤੇ ਚੇਤੇ 'ਚ ਵੀ ਰਹਿਣਗੇ, ਇੱਦਾਂ ਭੁੱਲ ਜਾਣੇ ਨੇ। ਸਤਿਗੁਰੂ ਦਾ ਸ਼ਬਦ ਪੜ੍ਹਦੇ ਹਾਂ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਭਾਤੀ ਰਾਗ ਦੇ ਅੰਦਰ 1329 ਅੰਗ ਦੇ ਉੱਤੇ ਹੈ। ਪ੍ਰਭਾਤੀ ਰਾਗ ਦੇ ਅੰਦਰ 1329 ਅੰਗ ਦੇ ਉੱਤੇ ਇਹ ਸ਼ਬਦ ਪੂਰਾ ਪੜ੍ਹਨਾ ਹੈ। ਇਸ ਸ਼ਬਦ ਦਾ ਰਹਾਉ ਦਾ ਬੰਦ ਹੈ, ਜਿਵੇਂ ਇਸ ਸ਼ਬਦ ਦਾ ਭਗਤ ਧੰਨਾ ਜੀ ਦੇ ਸ਼ਬਦ ਦਾ ਰਹਾਉ ਦਾ ਬੰਦ ਹੈ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਤੇ ਸਤਿਗੁਰੂ ਦੇ ਪਾਵਨ ਸ਼ਬਦ ਦਾ ਰਹਾਉ ਦਾ ਬੰਦ ਹੈ, ਕਰਤਾ ਤੂੰ ਮੇਰਾ ਜਜਮਾਨ, ਇੱਕ ਦੱਖਣਾ ਹਉ ਤੈ ਪਹਿ ਮੰਗੋ ਦੇਹੁ ਆਪਣਾ ਨਾਮ। ਵੀ ਮੈਂ ਤੇਰਾ ਜਜਮਾਨ ਆ, ਤੇਰੇ ਦਰ ਦੇ ਉੱਤੇ ਮੰਗਣ ਆਇਆ। ਤੇ ਮੰਗ ਕੀ ਹੈ? ਤੀਜਾ ਤੇ ਚੌਥਾ ਬੰਦ ਪੜਾਂਗੇ ਜਦੋਂ ਇਸ ਸ਼ਬਦ ਦਾ, 4 ਬੰਦ ਨੇ, ਔਰ ਤੀਜੇ ਬੰਦ ਨੂੰ ਜਦੋਂ ਪੜਾਂਗੇ ਤੇ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਜਤ ਸਤ ਚਾਵਲ ਦਇਆ ਕਣਕ ਕਰ ਪ੍ਰਾਪਤ ਪਾਤੀ ਧਾਨ। ਜਤ ਤੇ ਸਤ ਰੂਪ ਚੌਲ ਚਾਹੀਦੇ ਨੇ, ਜਿਹੜੇ ਭਗਤ ਧੰਨਾ ਜੀ ਨੇ ਮੰਗੇ ਨੇ ਆਪਣੇ ਸ਼ਬਦ ਦੇ ਅੰਦਰ। ਉਹ ਚੌਲ ਕਿਹੜੇ ਨੇ? ਜਤ ਤੇ ਸਤ ਰੂਪ ਚੌਲ ਨੇ। ਉੱਚਾ ਆਚਰਣ ਤੇ ਲੋੜਵੰਦਾਂ ਦੀ ਮਦਦ, ਚੰਗਾ ਸੁਭਾਅ, ਇਹ ਚੰਗਾ ਆਚਰਣ ਗੁਰੂ ਦੇ ਕੋਲੋਂ ਮੰਗਿਆ ਕਰੀਏ, ਇਹ ਅਸਲ ਦੇ ਵਿੱਚ ਚੌਲ ਨੇ। ਜਤ ਸਤ ਚਾਵਲ ਦਇਆ ਕਣਕ ਕਰ, ਦਇਆ ਰੂਪ ਕਣਕ ਚਾਹੀਦੀ ਹੈ। ਪ੍ਰਾਪਤ ਪਾਤੀ ਧਾਨ, ਉਸ ਮਾਲਕ ਦੇ ਨਾਮ ਦੀ ਪ੍ਰਾਪਤੀ, ਇਹ ਭਾਂਡਾ ਚਾਹੀਦਾ। ਦੂਧ ਕਰਮ, ਦੁੱਧ ਵੀ ਮੰਗਿਆ ਨਾ ਭਗਤ ਧੰਨਾ ਜੀ ਨੇ। ਦੂਧ ਕਰਮ, ਦੁੱਧ, ਚੰਗੇ ਕਰਮ ਜਿਹੜੇ ਨੇ ਉਹ ਦੁੱਧ ਚਾਹੀਦਾ। ਸੰਤੋਖ ਘਿਓ ਕਰ, ਸੰਤੋਖ ਰੂਪ ਘਿਓ ਚਾਹੀਦਾ। ਐਸਾ ਮੰਗੋ ਦਾਨ, ਇੱਦਾਂ ਦਾ ਦਾਨ ਚਾਹੀਦਾ ਹੈ, ਸੰਸਾਰ ਦੀਆਂ ਅਵਸਥਾ ਨਹੀਂ ਚਾਹੀਦੀਆਂ। ਖਿਆਲ ਕਰਿਆ ਜੀ। ਹੁਣ ਇਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ। ਸਤਿਗੁਰੂ ਨੇ ਭਗਤ ਧੰਨਾ ਜੀ ਦੇ ਇਸ ਪਾਵਨ ਸ਼ਬਦ ਦੇ ਅਰਥ ਕੀਤੇ ਨੇ। ਬਸ ਸਾਨੂੰ ਇੱਕ ਥਾਂ ਦੇ ਉੱਤੇ ਸਾਹਮਣੇ ਰੱਖ ਕਰਕੇ ਸਮਝਣ ਦੀ ਲੋੜ ਹੈ। ਤੇ ਇੱਧਰ ਗੱਲ ਕੀਤੀ ਹੈ, ਗਊ ਭੈਂਸ ਮੰਗਾਂ ਲਾਵੇਰੀ, ਤੇ ਸਤਿਗੁਰੂ ਨੇ ਸ਼ਬਦ ਵਰਤਿਆ, ਖਿਮਾ ਧੀਰਜ ਕਰ ਗਊ ਲਾਵੇਰੀ। ਖਿਮਾ ਤੇ ਧੀਰਜ ਰੂਪ ਦੂਜਿਆਂ ਨੂੰ ਮੁਆਫ ਕਰਨ ਤੇ ਆਪਣੇ ਅੰਦਰ ਦਾ ਟਿਕਾ, ਇਹ ਦੋਵੇਂ ਚੀਜ਼ਾਂ ਚਾਹੀਦੀਆਂ ਨੇ। ਇਹ ਅਸਲ ਦੇ ਵਿੱਚ ਹੈ ਲਵੇਰੀ ਗਊ, ਬਾਹਰ ਦੀ ਦੁੱਧ ਦੇਣ ਵਾਲੀ ਗਾਂ ਦੀ ਗੱਲ ਨਹੀਂ ਕਰਦੇ। ਖਿਮਾ ਧੀਰਜ ਕਰ ਗਊ ਲਾਵੇਰੀ,
सहजे बशरा खीर पिया, सिफत श्रम का कपड़ा मांगो, हर गुण नानक रवत रहे। सिफत शर्म का, उस मालिक की सिफत सलाह का कपड़ा, ये कपड़ा चाहिए है, ये दातां चाहिए ने गुरु के दर तो, जिहड़ियां भगत धन्ना जी ने मंगियां ने। जिस दिन ये दात असीं मंगण लग गए गुरु के दर तो आके, ये शुभ गुण मंगने शुरू कर दिते, सतगुरु कहंदे उसे दिन ही तेरी मंग ते अंदर दा टिका बन जाएगा। असीं अपनी मर्जी के नाल रबी बाणी के अर्थ ना करिया करिए। जदों रबी बाणी के अर्थ अपनी मर्जी के नाल करांगे, क्योंकि साडी सुरत इन्नी विशाल नहीं है, कोई किन्ना भी यतन कर लवे, कोई किन्ना जोर ला लवे, जदों अपनी मत के नाल असीं अर्थ करांगे ते उहदे विच गलत होएगा ही होएगा। इस करके अपनी मत के नाल अर्थ करन दी लोड़ ही नहीं है। जदों असीं अपनी मत के नाल ਸਾਹਿਬ ਦੇ ਪਾਵਨ ਸ਼ਬਦਾਂ ਦੇ ਅਰਥ ਕਰਦੇ, ਉਦੋਂ ਅਸੀਂ ਕਿੱਥੋਂ ਤੱਕ ਅਰਥ ਕਰ ਲੈਂਦੇ ਹਾਂ। ਅਸੀਂ ਰੱਬੀ ਬਾਣੀ ਦੇ ਅੰਦਰ ਸ਼ਬਦ ਪੜ੍ਹਿਆ ਵੀ ਗੁਰੂ ਦੇ ਚਰਨਾਂ ਦੀ ਸੇਵਾ ਕਰਨੀ ਚਾਹੀਦੀ ਹੈ, ਗੁਰੂ ਦੇ ਚਰਨਾਂ ਦੇ ਅੰਦਰ ਸੀਸ ਝੁਕਾਉਣਾ ਚਾਹੀਦਾ। ਅਸੀਂ ਇਹ ਸ਼ਬਦ ਪੜ੍ਹਿਆ ਨਾ ਕਿੰਨੀ ਵਾਰ, ਇਹ ਬਾਤ ਰੱਬੀ ਬਾਣੀ ਦੇ ਅੰਦਰ ਆਉਂਦੀ ਹੈ। ਤੇ ਅਸੀਂ ਕੀ ਸਮਝਿਆ ਵੀ ਗੁਰੂ ਦੇ ਚਰਨ ਕਿਹੜੇ ਨੇ? ਪੀੜਾ ਸਾਹਿਬ ਦੇ ਪਾਵੇ। ਅਸੀਂ ਉਹਨਾਂ ਨੂੰ ਘੁੱਟਣਾ ਸ਼ੁਰੂ ਕਰ ਦਿੱਤਾ, ਉਸੇ ਨੂੰ ਅਸੀਂ ਮੌਲੀਆਂ, ਧਾਗੇ, ਰੱਖੜੀਆਂ ਬੰਨਣੀਆਂ ਸ਼ੁਰੂ ਕਰ ਦਿੱਤੀਆਂ, ਕਿਉਂਕਿ ਸਾਨੂੰ ਲੱਗਾ ਵੀ ਗੁਰੂ ਦੇ ਚਰਨ ਹੀ ਨੇ। ਪਰ ਸਤਿਗੁਰੂ ਦੇ ਕੋਲੋਂ ਪੁੱਛੀਏ ਵੀ ਸਤਿਗੁਰੂ ਜੀ ਚਰਨਾਂ ਦੀ ਗੱਲ ਆਉਂਦੀ ਹੈ ਤੇ ਕਿਹੜੇ ਚਰਨ? ਹਿਰਦਾ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਰ। ਹਿਰਦੇ ਦੇ ਅੰਦਰ ਚਰਨ ਵਸਾਉਣੇ ਨੇ ਗੁਰੂ ਦੇ, ਪਰ ਕਿਹੜੇ? ਸ਼ਬਦ ਸਤਿਗੁਰੂ ਕੋ, ਗੁਰੂ ਦਾ ਸ਼ਬਦ ਇਹੀ ਅਸਲ ਦੇ ਵਿੱਚ ਉਸ ਮਾਲਕ ਦੇ ਚਰਨ ਜਿਹੜਾ ਅਸੀਂ ਹਿਰਦੇ ਦੇ ਅੰਦਰ ਵਸਾਉਣਾ ਹੈ। ਇੱਦਾਂ ਹੀ ਰੱਬੀ ਬਾਣੀ ਨੇ ਹਰੇਕ ਸ਼ਬਦ ਦੇ, ਹਰੇਕ ਬਾਤ ਦੇ ਅਰਥ ਕੀਤੇ ਨੇ। ਜਿਸ ਦਿਨ ਅਸੀਂ ਰੱਬੀ ਬਾਣੀ ਦੇ ਅੰਦਰੋਂ ਅਰਥ ਪੜ੍ਹਨੇ ਤੇ ਸਮਝਣੇ ਸ਼ੁਰੂ ਕਰ ਦਿੱਤੇ, ਉਸ ਦਿਨ ਇਹ ਅਮੋਲਕ ਖਜ਼ਾਨਾ ਫਿਰ ਸਾਨੂੰ ਸਿਰਫ ਤੇ ਸਿਰਫ ਮੱਥਾ ਟੇਕਣ ਜੋਗੇ ਨਹੀਂ ਰਵਾਂਗੇ। ਫਿਰ ਉਸ ਦਿਨ ਸਾਨੂੰ ਸਮਝ ਆਏਗੀ ਵੀ ਉਹ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਅਸੀਂ ਤੇ ਖੋਲ ਕੇ ਨਹੀਂ ਦੇਖਿਆ, ਜੇ ਕਿਤੇ ਖੋਲ ਕੇ ਦੇਖਿਆ ਵੀ ਤੇ ਫਿਰ ਅਸੀਂ ਆਪਣੀ ਮੱਤ ਦੇ ਨਾਲ ਦਰਸ਼ਨ ਵੀ ਕਰ ਲਏ। ਫਿਰ ਮਾਲਾ ਚੁੱਕ ਲਓ ਤੇ ਦਰਸ਼ਨ ਹੋ ਜਾਣਗੇ, ਇੱਦਾਂ ਅਸੀਂ ਦਰਸ਼ਨ ਵੀ ਕਰ ਲਏ। ਸਤਿਗੁਰੂ ਕਿਰਪਾ ਕਰ ਦੇਣ, ਸਾਡੇ ਹਿਰਦੇ ਦੇ ਅੰਦਰ ਚਾਅ ਤੇ ਉਦਮ ਪੈਦਾ ਹੋ ਜਾਏ, ਜਿਹਨੂੰ ਸਾਹਿਬ ਕਹਿੰਦੇ ਨੇ ਜਿਹੜੀ ਸੇਵਾ ਅਸਲ ਹੈ। ਜਿੱਥੇ ਹੱਥੀਂ ਸੇਵਾ ਕਰਨੀ ਹੈ ਉੱਥੇ ਗੁਰੂ ਦੀ ਸੇਵਾ ਇੱਕ ਹੋਰ ਵੀ ਹੈ। ਉਹ ਵੀ ਸਾਹਿਬ ਦੇ ਕੋਲੋਂ ਪੁੱਛੀਏ ਵੀ ਸਤਿਗੁਰੂ ਜੀ ਕਿਹੜੀ ਸੇਵਾ ਹੈ? ਗੁਰ ਕੀ ਸੇਵਾ ਸ਼ਬਦ ਵਿਚਾਰ, ਇਹ ਵੀ ਸੇਵਾ ਹੈ, ਗੁਰੂ ਦੀ ਸੇਵਾ ਹੈ। ਸਾਹਿਬ ਬਾਣੀ ਦੇ ਅੰਦਰ ਬਖਸ਼ਿਸ਼ ਕਰਦੇ, ਜੇ ਪੁੰਨ ਦੀ ਗੱਲ ਕਰਦੇ ਹੋ ਨਾ, ਪੁੰਨ ਕਰਨਾ ਹੈ ਤੇ ਸਤਿਗੁਰੂ ਕਹਿੰਦੇ ਫਿਰ ਰੱਬੀ ਬਾਣੀ ਨੂੰ ਵਿਚਾਰਿਆ ਕਰ, ਇਹ ਵੀ ਪੁੰਨ ਹੈ। ਗੁਰਮੁਖਾਂ ਨੂੰ ਮਿਲਿਆ ਕਰ, ਇਹ ਵੀ ਪੁੰਨ ਹੈ। ਗੁਰੂ ਦੀ ਸੰਗਤ 'ਚ ਬੈਠਿਆ ਕਰ, ਇਹ ਵੀ ਪੁੰਨ ਹੈ। ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੈ। ਇਸ ਕਰਕੇ ਜੇ ਸੱਚਮੁੱਚ ਹੀ ਗੁਰੂ ਦੀ ਰਹਿਮਤ ਬਖਸ਼ਿਸ਼ ਪ੍ਰਾਪਤ ਕਰਨੀ ਹੈ ਤੇ ਆਪ ਗੁਰੂ ਦੀ ਸੇਵਾ ਜਿੱਥੇ ਹੱਥੀਂ ਕਰਨੀ ਹੈ ਉੱਥੇ ਸੁਰਤ ਕਰਕੇ ਵੀ ਸੇਵਾ ਕਰਨੀ ਪਏਗੀ। ਇਹ ਨਹੀਂ ਵੀ ਸੁਰਤ ਕਰਕੇ ਕੋਈ ਹੋਰ ਸੇਵਾ ਕਰ ਜਾਏ ਤੇ ਔਖੇ ਸੌਖੇ ਹੋ ਕੇ ਅਸੀਂ ਹੱਥੀਂ ਤੇ ਕਰ ਲਈਦੀ ਹੈ, ਪਰ ਸੁਰਤ ਕਰਕੇ ਵੀ ਕਰਨੀ ਸ਼ੁਰੂ ਕਰ ਦਈਏ। ਜੇ ਸੱਚਮੁੱਚ ਹੀ ਗੁਰੂ ਦੇ ਦਰ ਤੋਂ ਬਖਸ਼ਿਸ਼ਾਂ ਤੇ ਰਹਿਮਤਾਂ ਪ੍ਰਾਪਤ ਕਰਨੀਆਂ ਨੇ, ਸਤਿਗੁਰੂ ਦਇਆ ਕਰ ਦੇਣ। ਆਪ ਸਰਬੱਤ ਸੰਗਤਾਂ ਨੂੰ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਦੀਆਂ ਕੋਟਾਨ ਕੋਟ ਮੁਬਾਰਕਾਂ ਸਭ ਕਿਰਪਾਲੂ ਕਰਨ, ਦਇਆ ਰਹਿਮਤ ਕਰ ਦੇਣ। ਸਾਡੇ ਹਿਰਦਿਆਂ ਦੇ ਅੰਦਰ ਅਸੀਂ ਰੱਬੀ ਬਾਣੀ ਦੇ ਨਾਲ ਸਾਂਝ ਬਣਾ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾ ਸਕੀਏ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀਆਂ ਰਹਿਮਤਾਂ ਸਾਡੇ ਹਿਰਦੇ ਦੇ ਅੰਦਰ ਵਸ ਜਾਵਣ। ਅਸੀਂ ਵੀ ਬਾਹਰ ਦੇ ਹੱਠ ਭਰਮ ਤੇ ਪਖੰਡ ਨੂੰ ਛੱਡ ਕਰਕੇ ਜਿਹੜਾ ਤਰੀਕਾ ਭਗਤ ਧੰਨਾ ਜੀ ਨੇ ਅਪਣਾਇਆ, ਭੋਲੇ ਭਾਏ ਮਿਲੈ ਰਘੁਰਾਇਆ, ਉਸ ਭੋਲੇ ਭਾਵ ਨੂੰ ਅਸੀਂ ਆਪਣੇ ਹਿਰਦੇ ਦੇ ਅੰਦਰ ਵਸਾ ਸਕੀਏ। ਸਭ ਕਿਰਪਾਲੂ ਦਇਆ ਕਰਨ। ਵਿਚਾਰਾਂ ਕਰਦੇ ਹਾਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸਭਨਾਂ ਦਾ ਧੰਨਵਾਦ। ਬੁਲਾਓ ਜੀ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।